ਕੱਲ ਇੱਥੋਂ ਲਾਗੋਂ ਹੀ ਸ਼ਹਿਰ ਤੋਂ ਇਹ ਸ਼ਾਂਤ ਬੇਲਾ ਸਥਾਨ ਦੇਖਣ ਵਾਸਤੇ ਆਏ ਸਨ। ਪਹਿਲੀ ਵਾਰ ਹੀ ਆਏ ਸਨ। ਇਸ ਕਾਰਨ ਉਹਨਾਂ ਨੇ ਇੱਥੇ ਰਹਿਣ ਵਾਲੀ ਕਮਾਈ ਨੂੰ ਪੁੱਛਿਆ ਵੀ ਤੁਸੀਂ ਇੱਥੇ ਕੀ ਕਰਦੇ ਹੁੰਦੇ ਹੋ, ਕੀ ਕਰਵਾਉਂਦੇ ਹਨ ਤੁਹਾਡੇ ਕੋਲ। ਜਿਵੇਂ ਤੁਸੀਂ ਵੀ ਕਿਸੇ ਧਾਰਮਿਕ ਸਥਾਨ 'ਤੇ ਜਾਓ ਤੇ ਅਕਸਰ ਪੁੱਛਦੇ ਹੀ ਹੋ ਨਾ ਵੀ ਇੱਥੇ ਕੀ ਕਰਵਾਉਂਦੇ ਹਨ। ਸਾਧਨਾ, ਧਿਆਨ, ਮੈਡੀਟੇਸ਼ਨ ਕੀ ਕਰਵਾਉਂਦੇ ਹਨ। ਤੇ ਹਰ ਜਗ੍ਹਾ ਹੀ ਕੁਛ ਨਾ ਕੁਛ ਕਰਵਾ ਰਹੇ ਹਨ। ਕੋਈ ਧਿਆਨ ਲਵਾਉਂਦਾ ਹੈ, ਕੋਈ ਵਿਪਸਨਾ ਕਰਾਉਂਦਾ ਹੈ, ਕੋਈ ਜਪ ਕਰਵਾਉਂਦਾ ਹੈ, ਕੋਈ ਤਪ ਕਰਵਾਉਂਦਾ ਹੈ। ਕੁਛ ਨਾ ਕੁਛ ਕਰਵਾਇਆ ਜਾਂਦਾ ਹੈ। ਤੇ ਜੋ ਉੱਥੇ ਕਰਵਾਇਆ ਜਾਂਦਾ ਹੈ ਉਹ ਸੁਣ ਕੇ ਫਿਰ ਤੁਸੀਂ ਸੋਚਦੇ ਹੋ ਵੀ ਇਹ ਕਿਹੜੇ ਧਰਮ ਦੇ ਨਾਲ ਸੰਬੰਧਿਤ ਹੋਵੇਗਾ, ਇਹ ਕਿਹੜੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਵੇਗਾ। ਜੇ ਵਿਪਸਨਾ ਕਰਵਾ ਰਿਹਾ ਹੈ ਤੇ ਬੁੱਧ ਵਿਚਾਰਧਾਰਾ ਦੇ ਨਾਲ ਜੁੜਿਆ ਹੋਵੇਗਾ। ਜੇ ਸਿਮਰਨ ਕਰਵਾ ਰਿਹਾ ਹੋਵੇਗਾ, ਜਪ ਕਰਵਾ ਰਿਹਾ ਹੋਵੇਗਾ, ਪਾਠ ਕਰਵਾ ਰਿਹਾ ਹੋਵੇਗਾ, ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਵੇਗਾ, ਮੰਤਰਾਂ ਦੇ ਜਾਪ ਕਰਵਾ ਰਿਹਾ ਹੋਵੇਗਾ, ਜਾਂ ਹੋਰ ਬਹੁਤ ਸਾਰੀਆਂ ਵਿਚਾਰਧਾਰਾਵਾਂ ਹਨ ਅਜੋਕੇ ਸਮੇਂ 'ਚ। ਤੇ ਆਦਮੀ ਸੋਚ ਲੈਂਦਾ ਹੈ ਜੋ ਦੱਸਿਆ ਜਾਂਦਾ ਹੈ, ਇਹ ਧਿਆਨ ਕਰਵਾਇਆ ਜਾਂਦਾ ਹੈ ਤੇ ਸੁਣਨ ਵਾਲਾ ਸਮਝ ਜਾਂਦਾ ਹੈ ਵੀ ਇੱਥੇ ਇਹ ਕੁਛ ਕਰਵਾਇਆ ਜਾਂਦਾ ਹੈ ਤੇ ਇਹ ਇਸ ਵਿਚਾਰਧਾਰਾ ਦੇ ਨਾਲ ਜੁੜੇ ਹੋਣਗੇ। ਪਰ ਇੱਥੇ ਰਹਿਣ ਵਾਲੀ ਮਾਈ ਨੇ ਕਿਹਾ ਵੀ ਸਾਨੂੰ ਕੁਛ ਵੀ ਕਰਨ ਵਾਸਤੇ ਨਹੀਂ ਕਹਿੰਦੇ ਹਨ, ਅਸੀਂ ਕਰਦੇ ਨਹੀਂ ਹਾਂ ਕੁਝ ਵੀ। ਤੇ ਉਸ ਮਾਈ ਨੇ ਪੁੱਛਿਆ ਮੇਰੇ ਵੱਲ ਇਸ਼ਾਰਾ ਕਰਕੇ ਵੀ ਉਹ ਕੀ ਕਰਦੇ ਹਨ। ਉਹ ਵੀ ਕੁਝ ਨਹੀਂ ਕਰਦੇ। ਕੁਛ ਨਾ ਕਰਨਾ ਹੀ ਉਹ ਦੱਸਦੇ ਹਨ। ਇਸ ਕਰਕੇ ਅਸੀਂ ਕੁਝ ਨਹੀਂ ਕਰਦੇ। ਪਰ ਇਹ ਗੱਲ ਐਡੀ ਛੇਤੀ ਸਮਝ ਵਿੱਚ ਨਹੀਂ ਆਉਂਦੀ ਹੈ। ਬਲਕਿ ਜਿਹੜਾ ਸੰਸਾਰ ਵਿੱਚ ਜ਼ਿਆਦਾ ਉਲਝਿਆ ਹੋਇਆ ਹੈ ਨਾ, ਉਹਨੂੰ ਬਿਲਕੁਲ ਸਮਝ ਵਿੱਚ ਨਹੀਂ ਆਉਂਦੀ। ਬਲਕਿ ਜਿਹੜੇ ਧਾਰਮਿਕ ਲੋਕ ਹਨ ਉਹਨਾਂ ਨੂੰ ਇਹ ਸਮਝ ਵਿੱਚ ਨਹੀਂ ਆਉਂਦੀ ਹੈ ਗੱਲ। ਅੱਜ ਹੀ ਇੱਕ ਸੰਨਿਆਸੀ ਦਾ ਟੈਲੀਫੋਨ ਆਇਆ ਸੀ। ਉਹਨੇ ਵੀ ਇੱਕ ਮੈਡੀਟੇਸ਼ਨ ਹਾਲ ਬਣਾਇਆ ਹੋਇਆ ਹੈ, ਧਿਆਨ ਕਰਵਾਉਂਦਾ ਹੈ, ਸ਼ਿਵਰ ਲਾਉਂਦਾ ਹੈ। ਤੇ ਮੈਨੂੰ ਪੁੱਛਣ ਲੱਗਾ ਵੀ ਤੁਸੀਂ ਕੀ ਕਰਦੇ ਹੁੰਦੇ ਹੋ, ਕੀ ਕਰਵਾਉਂਦੇ ਹੋ। ਮੈਂ ਕਿਹਾ ਕੁਛ ਵੀ ਨਹੀਂ। ਤੇ ਉਹ ਫਿਰ ਕਹਿਣ ਲੱਗਾ ਵੀ ਕੁਛ ਨਾ ਕਰਨਾ ਕਿਵੇਂ ਹੋਵੇਗਾ, ਇਹਦੇ ਵਾਸਤੇ ਵੀ ਕੁਛ ਕਰਨਾ ਹੀ ਪਵੇਗਾ। ਕੀ ਕਰੀਏ ਤਾਂ ਕਿ ਕੁਛ ਨਾ ਕਰਨ ਵੱਲ ਜਾ ਸਕੀਏ। ਮੈਂ ਕਿਹਾ ਜੋ ਕੁਛ ਤੁਸੀਂ ਕਰ ਰਹੇ ਹੋ ਉਹ ਨਾ ਕਰੋ।
ਕਰਨਾ ਬੰਦ ਕਰ ਦਿਓ ਤੇ ਨਾ ਕਰਨ ਵੱਲ ਤੇ ਆਪੇ ਹੀ ਜਾਓਗੇ। ਪਰ ਕਰਨਾ ਬੰਦ ਕਰ ਦਿਓ ਤੇ ਹੰਕਾਰ ਦੀ ਤ੍ਰਿਪਤੀ ਨਹੀਂ ਹੁੰਦੀ। ਹੰਕਾਰ ਕਰਨ ਵਿੱਚ ਤ੍ਰਿਪਤ ਹੁੰਦਾ। ਇਸ ਕਰਕੇ ਹੰਕਾਰੀ ਆਦਮੀ ਨੂੰ ਤੇ ਸਮਝ ਵਿੱਚ ਆ ਹੀ ਨਹੀਂ ਸਕਦੀ ਗੱਲ। ਤੇ ਜਿਹੜੇ ਸਾਧਨਾ ਕਰ ਰਹੇ ਹਨ, ਕਰਵਾ ਰਹੇ ਹਨ, ਉਹਨਾਂ ਨੂੰ ਸਮਝ ਵਿੱਚ ਵੀ ਨਹੀਂ ਆਉਂਦੀ। ਬਹੁਤ ਕਠਿਨ ਹੈ। ਇਸ ਮਾਰਗ ਨੂੰ ਸਮਝਣਾ ਹੀ ਪਹਿਲਾ। ਫਿਰ ਖਿਆਲ ਵਿੱਚ ਰੱਖਿਓ, ਹਰ ਯੁੱਗ ਦਾ ਆਪਣਾ ਮਾਰਗ ਹੁੰਦਾ ਹੈ। ਯੁੱਗ ਕਹਿ ਲਈਏ ਸਮਾਂ, ਜੋ ਬਾਬੇ ਨਾਨਕ ਦੇਵ ਜੀ ਦੇ ਸਮੇਂ ਸੀ ਸਮਾਂ, ਵੈਸਾ ਹੁਣ ਨਹੀਂ ਹੈ। ਜੈਸੀ ਦੁਨੀਆ ਉਦੋਂ ਸੀ ਵੈਸੀ ਦੁਨੀਆ ਹੁਣ ਥੋੜ੍ਹੀ ਹੈ। ਬਹੁਤ ਬਦਲ ਗਿਆ ਹੈ ਸੰਸਾਰ ਨੇ, ਬਹੁਤ ਵਿਕਾਸ ਕੀਤਾ। ਹੁਣ ਪਦਾਰਥਵਾਦੀ ਯੁੱਗ ਹੈ ਤੇ ਲੋਕ ਪਦਾਰਥਾਂ 'ਚ ਫਸੇ ਹੋਏ ਹਨ। ਉਸ ਸਮੇਂ ਕਰ ਕਰਕੇ ਪਾਇਆ ਜਾ ਸਕਦਾ ਸੀ, ਪਰ ਹੁਣ ਅਜੋਕੇ ਸਮੇਂ 'ਚ ਕਰਨ ਵਾਲੇ ਜ਼ਿਆਦਾ ਭਟਕ ਰਹੇ ਹਨ। ਦੇਖਿਆ ਗਿਆ ਹੈ ਨਾ ਵੀ ਬਹੁਤ ਲੋਕ ਸਾਧਨਾ ਕਰਾ ਰਹੇ ਹਨ, ਧਿਆਨ ਲਵਾ ਰਹੇ ਹਨ। ਬਹੁਤ ਢੰਗ ਦੀ ਸਾਧਨਾ ਚੱਲ ਰਹੀ, ਹਜ਼ਾਰਾਂ ਕਿਸਮ ਕਰ ਰਹੇ ਹਨ। ਪਰ ਕਰ ਕਰਕੇ ਕਰਤਾ ਹੀ ਮਜ਼ਬੂਤ ਹੋ ਰਿਹਾ ਹੈ, ਛੁਟਕਾਰਾ ਨਹੀਂ ਹੋ ਰਿਹਾ ਹੈ। ਤੇ ਇਹ ਅਜੋਕੇ ਸਮੇਂ 'ਚ ਬਹੁਤ ਮੌਜੂਦ ਹੈ। ਸਮੇਂ ਦੇ ਹਿਸਾਬ ਨਾਲ ਬਹੁਤ ਸਹਿਜ ਹੈ। ਫਿਰ ਤੁਸੀਂ ਖਿਆਲ ਕਰੋ, ਥੋੜ੍ਹਾ ਜਿਹਾ ਤਵੱਜੋ ਦਿਓ, ਧਿਆਨਪੂਰਵਕ ਥੋੜ੍ਹਾ ਜਿਹਾ ਸੁਣੋ। ਖਿਆਲ ਕਰੋਗੇ ਤੁਹਾਡੇ ਖਿਆਲ ਵਿੱਚ ਆ ਹੀ ਸਕਦੀ ਹੈ ਗੱਲ। ਜਿਵੇਂ ਛੋਟਾ ਬੱਚਾ ਪੈਦਾ ਹੁੰਦਾ ਹੈ, ਕਹਿੰਦੇ ਹਨ ਪਹਿਲਾਂ ਉਹਦੀ ਲਿਵ ਲੱਗੀ ਸੀ, ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਵੀ ਪਹਿਲਾਂ ਲਿਵ ਲੱਗੀ ਸੀ, ਭਾਵ ਕਿ ਪਹਿਲਾਂ ਉਹ ਅਕਰਤਾ ਭਾਵ ਦੇ ਵਿੱਚ ਥਿਰ ਸੀ। ਬੱਚਾ ਕੁਛ ਕਰ ਨਹੀਂ ਸੀ ਰਿਹਾ ਮਾਂ ਦੇ ਗਰਭ ਵਿੱਚ। ਨਾ ਉਹ ਦੇਖਦਾ ਸੀ, ਨਾ ਉਹ ਸੁਣਦਾ ਸੀ, ਕੁਛ ਵੀ ਨਹੀਂ ਸੀ ਕਰਦਾ। ਹੋ ਰਿਹਾ ਸੀ ਸਰੀਰ ਦਾ ਵਿਕਾਸ, ਉਹਦਾ ਸਹਿਜ ਸੁਭਾਅ ਹੀ ਮਾਂ ਵੱਲੋਂ ਹੀ ਹੋ ਰਿਹਾ ਸੀ। ਉਹਨੂੰ ਕੁਛ ਕਰਨ ਦੀ ਲੋੜ ਹੀ, ਨਾ ਖਾਣ ਦੀ ਲੋੜ, ਨਾ ਪੀਣ ਦੀ ਲੋੜ। ਫਿਰ ਬਾਹਰ ਆਇਆ, ਸਰੀਰ ਨੂੰ ਭੁੱਖ ਲੱਗੀ, ਸਰੀਰ ਨੇ ਮੰਗ ਕੀਤੀ ਭੋਜਨ ਦੀ, ਤਾਂ ਉਹਨੂੰ ਭੋਜਨ ਮਿਲ ਗਿਆ। ਫਿਰ ਵੀ ਉਹਦਾ ਕਰਤਾ ਭਾਵ ਨਿਰਮਿਤ ਨਹੀਂ ਹੁੰਦਾ ਹੈ ਬੱਚੇ ਦਾ ਛੇਤੀ। ਬਹੁਤ ਸਮੇਂ ਅਕਰਤਾ ਭਾਵ ਦੇ ਵਿੱਚ ਹੀ ਰਹਿੰਦਾ ਹੈ। ਬੱਚੇ ਨੂੰ ਭੁੱਖ ਲੱਗਦੀ ਹੈ, ਰੋਂਦਾ ਹੈ, ਭੋਜਨ ਮਿਲ ਜਾਂਦਾ, ਮਲ ਮੂਤਰ ਵੀ ਤਿਆਗ ਦਿੰਦਾ ਹੈ, ਕੁਛ ਸੋਚਦਾ ਨਹੀਂ, ਕੁਛ ਕਰਦਾ ਹੀ ਨਹੀਂ। ਤੇ ਆਸਤੇ ਆਸਤੇ ਸੰਸਾਰ ਦੀ ਜਦੋਂ ਤ੍ਰਿਸ਼ਨਾ ਲੱਗਦੀ ਹੈ ਨਾ, ਵਾਸ਼ਨਾ ਪਕੜਦੀ, ਫਿਰ ਕਰਤਾ ਭਾਵ ਸ਼ੁਰੂ ਹੁੰਦਾ ਹੈ। ਫਿਰ ਆਦਮੀ ਕਰਮ ਵਿੱਚ ਲੱਗ ਜਾਂਦਾ ਹੈ ਤੇ ਕਰ ਕਰਕੇ ਸੰਸਾਰ ਦੇ ਵਿੱਚ ਫਸਦਾ ਜਾਂਦਾ ਹੈ। ਫਿਰ ਜਿੰਨਾ ਜ਼ਿਆਦਾ ਸੋਚਦਾ ਹੈ ਹੋਰ ਕਰ ਲਵਾਂ ਆਪਣੇ ਵਾਸਤੇ, ਹੋਰ ਬਣਾ ਲਵਾਂ ਆਪਣੇ ਵਾਸਤੇ, ਹੋਰ ਸੁੱਖ ਸੁਵਿਧਾ ਇਕੱਠੀ ਕਰ ਲਾਂ ਆਪਣੇ ਵਾਸਤੇ, ਹੋਰ ਵਡਿਆਈ ਇਕੱਠੀ ਕਰ ਲਾਂ ਆਪਣੇ ਵਾਸਤੇ, ਸੋਚੀ ਜਾਂਦਾ ਹੈ। ਤੇ ਅੱਗੇ ਤੋਂ ਅੱਗੇ ਕਰ ਕਰਕੇ ਸੰਸਾਰ ਵਿੱਚ ਉਲਝ ਜਾਂਦਾ ਹੈ। ਨਾ ਕਰਨ ਦੇ ਵਿੱਚੋਂ ਹੀ ਆਇਆ ਹੈ ਨਾ,
ਬੱਚਾ। ਤੁਸੀਂ ਸਾਰੇ ਹੀ ਬੱਚੇ ਸੀ। ਬਚਪਨ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਤੁਹਾਡੀ, ਉਦੋਂ ਤੇ ਨਾ ਕਰਨ ਚੋਂ ਆਏ ਸੀ ਨਾ ਤੁਸੀਂ। ਲਿਖਿਆ ਵੀ ਹੈ ਨਾ, ਜਬ ਕਛ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਕਹਿੰਦੇ ਜਦੋਂ ਕੁਛ ਨਹੀਂ ਸੀ ਉਦੋਂ ਕੀ ਕਰਦਾ ਸੀ, ਕਿਹੜੇ ਕਰਮ ਕਰਕੇ ਸੰਸਾਰ 'ਚੋਂ ਆਏ। ਅਕਰਮ 'ਚੋਂ ਆਏ ਹੋ ਤੁਸੀਂ, ਅਕਰਤਾ 'ਚੋਂ ਆਏ ਹੋ। ਤਾਂ ਉਦੋਂ ਕੁਛ ਵੀ ਨਹੀਂ ਸੀ ਕਰ ਰਹੇ, ਤੇ ਧੀਰੇ ਧੀਰੇ ਸੰਸਾਰ ਦੇ ਵਿੱਚ ਕਰਨਾ ਸ਼ੁਰੂ ਕੀਤਾ। ਕਰਨ ਕਰਕੇ ਮਨ ਬਣੇ, ਕਰਤਾ ਭਾਵ ਮਜ਼ਬੂਤ ਹੋਇਆ, ਤੇ ਕਰ ਕਰਕੇ ਸੰਸਾਰ ਮਿਲਦਾ ਹੈ। ਸੰਸਾਰ ਵਿੱਚ ਕੁਝ ਮਿਲਦਾ ਹੈ ਕਰ ਕਰਕੇ ਹੰਕਾਰ ਦੀ ਤ੍ਰਿਪਤੀ ਹੁੰਦੀ ਹੈ। ਆਦਮੀ ਨੂੰ ਸੰਤੁਸ਼ਟੀ ਮਿਲਦੀ ਕਰ ਕਰਕੇ। ਫਿਰ ਕਰ ਕਰਕੇ ਸੰਸਾਰ ਦੇ ਵਿੱਚ ਚਲੇ ਗਿਆ। ਹੁਣ ਸੰਸਾਰ ਦੇ ਵਿੱਚ ਤੇ ਚਲੇ ਗਿਆ, ਤੁਸੀਂ ਸਾਰੇ ਹੀ ਚਲੇ ਗਏ ਸੰਸਾਰ ਦੇ ਵਿੱਚ। ਕੋਈ ਕਿੱਡੀ ਦੂਰ ਚਲੇ ਗਿਆ, ਕੋਈ ਜ਼ਿਆਦਾ ਦੂਰ ਚਲੇ ਗਿਆ, ਕੋਈ ਜ਼ਿਆਦਾ ਉਲਝਣ 'ਚ ਫਸ ਗਿਆ, ਸੰਸਾਰ ਦੇ ਚੱਕਰਾਂ 'ਚ ਫਸ ਗਿਆ। ਹੁਣ ਚੱਕਰਾਂ 'ਚੋਂ ਬਾਹਰ ਪਹਿਲਾਂ ਨਿਕਲਣਾ ਹੈ, ਫਿਰ ਉੱਧਰ ਨੂੰ ਹੀ ਆਉਣਾ ਹੈ ਜਿੱਧਰੋਂ ਤੁਸੀਂ ਆਏ ਸੀ ਪਹਿਲਾਂ। ਕਹਿੰਦੇ ਹੈ ਨਾ, ਜਿੱਤ ਦੁਆਰੇ ਉਭਰੇ ਤਿੱਤੇ ਲੈ ਹੋ ਬਾਹਰ। ਜਿਹੜੇ ਦਰਵਾਜ਼ੇ ਤੋਂ ਤੁਸੀਂ ਆਏ ਹੋ ਨਾ, ਉਸੇ ਨੂੰ ਵਾਪਸ ਜਾਣਾ। ਫਿਰ ਵਾਪਸ ਯਾਤਰਾ ਉੱਧਰ ਨੂੰ ਹੀ ਹੋਵੇ। ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਵੀ ਪੁਰਾਣੇ ਰਿਸ਼ੀ ਮੁਨੀਆਂ ਨੇ 4 ਆਸ਼ਰਮ ਬਣਾਏ ਸਨ। ਉਹਨਾਂ ਨੇ ਤੇ ਉਸ ਸਮੇਂ ਦੀ ਉਮਰਾਂ ਦੇ ਹਿਸਾਬ ਨਾਲ ਬਣਾ ਦਿੱਤੇ 25-25 ਸਾਲ ਦੇ 4, 100 ਸਾਲ ਤੱਕ। ਪਰ ਮੈਂ ਐਸਾ ਨਹੀਂ ਕਹਾਂਗਾ ਉਮਰ ਦੇ ਹਿਸਾਬ ਨਾਲ। ਫਿਰ ਵੀ ਉਹ ਆਸ਼ਰਮਾਂ ਦੀ ਜੋ ਰੀਤ ਸੀ ਨਾ, ਬੜੀ ਪਿਆਰੀ ਸੀ, ਮੈਨੂੰ ਬਹੁਤ ਵਾਰ ਖਿਆਲ ਵਿੱਚ ਆਉਂਦੀ ਹੈ। ਉਹ ਕਹਿੰਦੇ ਸਨ ਪਹਿਲਾਂ ਬੱਚਾ ਬ੍ਰਹਮਚਰਜ ਦਾ ਜੀਵਨ ਗੁਜ਼ਾਰੇ। ਉਹ ਗੁਰੂਕੁਲਾਂ ਦੇ ਵਿੱਚ ਪੜ੍ਹਾਉਂਦੇ ਸਨ। ਤੇ ਉਸ ਸਮੇਂ ਗੁਰੂਕੁਲ ਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਸਨ ਨਾ, ਉਹ ਧਾਰਮਿਕ ਲੋਕ ਹੁੰਦੇ ਸਨ, ਅਧਿਆਤਮਵਾਦੀ। ਤੇ ਸਰੀਰ ਦੀ ਉਪਯੋਗਤਾ ਵਾਸਤੇ, ਸਰੀਰ ਦੇ ਨਿਰਵਾਹ ਵਾਸਤੇ ਉਹ ਸੰਸਾਰਿਕ ਵਿੱਦਿਆ ਦਿੰਦੇ ਸਨ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਦੀਕਸ਼ਿਤ ਕਰਦੇ ਸਨ ਵੀ ਤੁਸੀਂ ਸੰਸਾਰ ਦਾ ਕੰਮ ਨਿਬੇੜ ਕੇ ਵਾਪਸ ਤੁਸੀਂ ਸੰਨਿਆਸ ਵੱਲ ਨੂੰ ਆਉਣਾ ਹੈ। ਅੰਤਿਮ ਯਾਤਰਾ ਤੁਹਾਡੀ ਸੰਨਿਆਸ ਹੋਣੀ ਚਾਹੀਦੀ ਹੈ, ਤਿਆਗ ਹੋਣਾ ਚਾਹੀਦਾ। ਪਹਿਲਾਂ ਸੰਸਾਰ ਵੱਲ ਨੂੰ ਜਾਓ, ਤੇ ਪਹਿਲਾ ਕਦਮ ਸੀ ਬ੍ਰਹਮਚਰਜ, ਪੜ੍ਹਨਾ, ਪੜ੍ਹਾਉਣਾ, ਸਿੱਖਣਾ, ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ, ਕਿਵੇਂ ਜੀਣਾ। ਫਿਰ ਦੂਸਰਾ ਕਦਮ ਹੁੰਦਾ ਸੀ ਗ੍ਰਸਤ। ਸਿੱਖ ਲਿਆ ਸੰਸਾਰ ਦੇ ਵਿੱਚ ਰਹਿਣ ਵਾਸਤੇ, ਉਪਜੀਵਕਾ ਕਮਾਉਣ ਵਾਸਤੇ। ਹੁਣ ਦੂਸਰਾ ਕਦਮ ਗ੍ਰਸਤ ਦਾ। ਫਿਰ ਗ੍ਰਸਤ ਤੋਂ ਬਾਅਦ ਤੀਸਰਾ ਕਦਮ ਹੈ ਵਾਨਪ੍ਰਸਥ। ਵਾਨਪ੍ਰਸਥ ਕਹਿੰਦੇ ਹਨ ਵੀ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਮੂੰਹ ਜੰਗਲ ਵੱਲ ਨੂੰ ਹੋ ਜਾਵੇ। ਭਾਵ ਕਿ ਬੱਚੇ ਬੜੇ ਹੋ ਰਹੇ ਹਨ ਤੇ ਹੌਲੀ ਹੌਲੀ ਜ਼ਿੰਮੇਵਾਰੀਆਂ ਬੱਚਿਆਂ ਨੂੰ ਦੇ ਜਾਣੀਆਂ ਵੀ ਹੁਣ ਸੰਸਾਰ ਦੇ ਵਿੱਚੋਂ ਆਪਾਂ ਛੁਟਕਾਰਾ ਪਾਉਣਾ। ਦੇਖ ਲਿਆ, ਭੋਗ ਲਿਆ, ਮਾਣ ਲਿਆ, ਹੁਣ ਵਾਪਸ ਆਪਣੇ ਮੂਲ ਸਰੋਤ ਵੱਲ ਨੂੰ ਜਾਣਾ ਹੈ।
ਜਿੱਧਰੋਂ ਆਏ ਹਾਂ। ਤੇ ਰਹਿੰਦਾ ਤੇ ਜੇ ਸੰਸਾਰ ਵਿੱਚ ਹੀ ਹੈ, ਪਰ ਮੂੰਹ ਜੰਗਲ ਵੱਲ ਨੂੰ, ਵਾਨ ਪ੍ਰਸਥ ਵੀ ਪ੍ਰਸਥਾਨ ਕਰਨਾ ਹੈ ਵਨ ਵੱਲ ਨੂੰ, ਜੰਗਲ ਵੱਲ ਨੂੰ, ਭਾਵ ਕਿ ਸੰਸਾਰ ਤੋਂ ਬਾਹਰ। ਹੁਣ ਸੰਸਾਰ ਵੱਲੋਂ ਉਪਰਾਮ ਹੋਣ ਲੱਗ ਪਿਆ, ਚੰਗਾ ਨਹੀਂ ਲੱਗਦਾ। ਭਈ ਹੁਣ ਸੰਸਾਰ ਵੱਲੋਂ ਹਟਣਾ ਹੈ ਥੋੜ੍ਹਾ ਥੋੜ੍ਹਾ, ਤੇ ਕਈ ਹਟ ਰਹੇ ਹਨ। ਦੇਖ ਲਿਆ, ਹੁਣ ਜ਼ਿੰਮੇਵਾਰੀਆਂ ਸਾਰੀਆਂ ਆਪਣੇ ਬੱਚਿਆਂ ਨੂੰ ਸੌਂਪਣੀਆਂ ਹਨ, ਤਾਂ ਉਹਨਾਂ ਨੂੰ ਕਹਿਣਾ ਹੈ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਤੁਸੀਂ ਕਰੋ। ਫਿਰ ਲਾਸਟ ਕਦਮ ਹੁੰਦਾ ਸੀ ਸੰਨਿਆਸ, ਸਭ ਕੁਛ ਛੁੱਟ ਗਿਆ। ਫਿਰ ਜਾਣ ਲਿਆ ਸੰਸਾਰ, ਦੇਖ ਲਿਆ, ਭੋਗ ਲਿਆ, ਮਾਣ ਲਿਆ ਵੀ ਇਹਦੇ ਵਿੱਚੋਂ ਕੁਛ ਵੀ ਨਹੀਂ ਮਿਲਦਾ। ਜਿਹੜਾ ਭੋਗ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਦੇਖ ਲੈਂਦਾ, ਉਹਨੂੰ ਪਤਾ ਲੱਗਦਾ ਹੈ ਕੁਛ ਨਹੀਂ ਮਿਲਦਾ। ਉਹ ਫਿਰ ਵਾਪਸ ਕਹਿੰਦਾ ਚਲੋ ਚੱਲੀਏ ਹੁਣ ਆਪਣੇ ਘਰ ਨੂੰ, ਜਿਸ ਘਰ ਤੂੰ ਰਹਿਣਾ ਬਸਣ, ਉੱਥੇ ਵਸਣਾ ਹੈ, ਆਪਾਂ ਉੱਥੇ ਰਹਿਣਾ ਹੈ। ਇਹ ਤਾਂ 4 ਦਿਨਾਂ ਦਾ ਤੋਂ ਵਾਪਸ ਮੁੜ ਆਉਂਦਾ ਹੈ ਜਿਹੜਾ ਜਾਣ ਲੈਂਦਾ ਹੈ। ਤੇ ਮੈਂ ਅਕਸਰ ਦੇਖਿਆ ਹੈ ਵੀ ਜਿਨ੍ਹਾਂ ਨੇ ਜੇ ਸੰਸਾਰ ਦੇਖਿਆ ਨਹੀਂ ਹੈ ਨਾ, ਭੋਗਿਆ ਨਹੀਂ ਹੈ, ਜਾਣਿਆ ਨਹੀਂ ਹੈ, ਉਹ ਇਸ ਮਾਰਗ ਵੱਲ ਨੂੰ ਨਹੀਂ ਆਉਣਗੇ ਜਿਹੜੇ ਮਾਰਗ ਦੀ ਇੱਧਰ ਗੱਲ ਕੀਤੀ ਜਾ ਰਹੀ, ਅਕਰਤਾ ਭਾਵ ਵੱਲ। ਕਿਉਂਕਿ ਜਿਹਦੀ ਅਜੇ ਰੁਚੀ ਹੈ ਕੁਛ ਕਰਨ ਦੀ ਸੰਸਾਰ ਦੇ ਵਿੱਚ, ਅਜੇ ਇੱਛਾ ਹੈ, ਚਾਹਤ ਹੈ, ਉਹ ਕੁਛ ਨਾ ਕਰਨ ਵੱਲ ਨੂੰ ਨਹੀਂ ਆਵੇਗਾ। ਤੇ ਐਸੇ ਲੋਕ ਹੀ ਬਹੁਤੀ ਸਾਧਨਾ ਕਰਦੇ ਹਨ। ਤੋ ਸਾਧਨਾ ਕਿਉਂ ਕਰ ਰਹੇ ਹਨ? ਕਿ ਸੰਸਾਰ ਦੇ ਵਿੱਚ ਹੋਰ ਸਫਲ ਹੋ ਸਕੀ। ਬਹੁਤੇ ਇਸ ਢੰਗ ਨਾਲ ਵੀ ਕਰਦੇ, ਥੋੜ੍ਹੀ ਬਹੁਤੀ ਸ਼ਾਂਤੀ ਮਿਲੇ ਤੇ ਥੋੜ੍ਹਾ ਜਿਹਾ ਹੋਰ ਅੱਗੇ ਚਲੇ ਜੀ। ਅਜੇ ਰੁਚੀ ਸੰਸਾਰ ਦੀ ਹੈ ਤਾਂ ਹੀ ਆਦਮੀ ਕੁਛ ਕਰਦਾ, ਕੁਛ ਪਾਉਣ ਵਾਸਤੇ ਹੀ ਕੁਝ ਕਰਦਾ ਹੈ ਨਾ। ਤੇ ਪਾਉਣ ਵਾਸਤੇ ਜਿਹੜੀ ਚੇਸ਼ਟਾ ਹੈ ਨਾ, ਉਹਦੇ ਦੁਆਰਾ ਹੀ ਮਨ ਬਣਦਾ ਹੈ। ਖਿਆਲ ਵਿੱਚ ਰੱਖਿਓ, ਭਾਵੇਂ ਧਾਰਮਿਕ ਚੇਸ਼ਟਾ ਹੀ ਹੋਵੇ, ਮੈਂ ਕੁਛ ਪਾਉਣਾ ਹੈ, ਕੁਛ ਹੋਣਾ ਹੈ, ਭਾਵੇਂ ਸ਼ਾਂਤੀ ਪਾਉਣੀ, ਆਨੰਦ ਪਾਉਣਾ, ਰੱਬ ਪਾਉਣਾ, ਤਾਂ ਵੀ ਮਨ ਹੀ ਬਣੇਗਾ। ਮਨ ਕਵੇਗਾ ਦੇਖੋ ਇੰਨਾ ਜਪ ਤਪ ਕਰ ਲਿਆ, ਇੰਨਾ ਪਾ ਲਿਆ, ਕਈ ਕਹਿੰਦੇ ਵੀ ਹਨ ਇੰਨੇ ਅਨੁਭਵ ਹੋ ਗਏ, ਇੰਨਾ ਧਿਆਨ ਘਟ ਗਿਆ, ਇੰਨੇ ਮੰਤਰਾਂ ਦੇ ਜਾਪ ਕਰ ਲਏ, ਇੰਨੇ ਪਾਠ ਕਰ ਲਏ, ਉਹਦੇ ਦੁਆਰਾ ਵੀ ਮਨ ਬਣਦਾ। ਤੇ ਬੜੇ ਅਨੁਭਵ ਦੱਸਦੇ ਹਨ ਕਈ ਵਧਾ ਚੜਾ ਕੇ। ਦੇਖੋ, ਤੇ ਪਾਉਣਾ ਹੈ ਕੁਝ, ਪਾਉਣ ਦੀ ਵਾਸ਼ਨਾ ਹੀ ਸੰਸਾਰ ਹੈ। ਤੇ ਜਿਹਦੀ ਚਾਹਤ ਹੈ ਜੇ, ਉਹ ਇਸ ਮਾਰਗ ਵੱਲ ਨੂੰ ਨਹੀਂ ਆਵੇਗਾ। ਇਸ ਮਾਰਗ ਵੱਲ ਨੂੰ ਉਹ ਆਵੇਗਾ ਜਿਹੜਾ ਜਾਣ ਲਵੇਗਾ ਕਿ ਸੰਸਾਰ ਦੇ ਵਿੱਚ ਕੁਝ ਨਹੀਂ ਹੈ, ਵਿਅਰਥ ਹੈ। ਫਿਰ ਧਰਮ ਵਿੱਚ ਵੀ ਕੁਝ ਨਹੀਂ ਹੈ, ਧਰਮ ਵੀ ਵਿਅਰਥ ਹੈ। ਕਿਉਂਕਿ ਧਰਮ ਵੀ ਕਰਨਾ ਹੀ ਸਿਖਾਉਂਦਾ ਹੈ। ਸਾਰੇ ਹੀ ਧਰਮ ਕਰਨਾ ਹੀ ਸਿਖਾ ਰਹੇ। ਤੇ ਨਾ ਕਰਨ ਵੱਲ ਨੂੰ ਬਹੁਤ ਹੀ ਸਹਿਜ ਉਹ ਆਵੇਗਾ ਜਿਹੜਾ ਸੰਸਾਰ ਨੂੰ ਜਾਣ ਲਵੇਗਾ। ਵਿਅਰਥ ਆਸਾਰ ਹੈ, ਇਹਦੇ ਵਿੱਚ ਦੁੱਖ ਹੀ ਦੁੱਖ ਹਨ, ਕੁਛ ਮਿਲਦਾ ਨਹੀਂ। ਜਾਣ ਲਵੇਗਾ ਜਿਹੜਾ, ਉਹ ਹੀ ਆਵੇਗਾ। ਫਿਰ ਜਿਹੜਾ ਧਰਮ ਨੂੰ ਵੀ ਵਿਅਰਥ ਜਾਣ ਲਵੇਗਾ ਵੀ ਇੱਥੇ ਵੀ ਕਰ ਕਰਕੇ ਦੇਖ ਲਿਆ, ਪਾਠ ਕਰ ਲਏ, ਪੂਜਾ ਕਰ ਲਈ, ਧਿਆਨ ਕਰ ਲਿਆ, ਬਹੁਤ ਵਿਪਸਨਾ ਕਰ ਲਈ, ਸਭ ਕੁਛ ਕਰ ਲਿਆ, ਦੇਖ ਲਿਆ ਕਰ ਕਰਕੇ,
जो कर कर के आदमी देख लेंदा है ना, फिर ਉਹਦੇ ਵਾਸਤੇ ਸਿਖਾਲਾ ਹੁੰਦਾ ਹੈ। ਇਸ ਕਰਕੇ ਇਹ ਆਖਰੀ ਕਦਮ ਹੈ। ਨਾ ਕਰਨ ਵੱਲ ਨੂੰ ਆਉਣਾ। ਤੇ ਮੈਂ ਜ਼ਿਆਦਾਤਰ ਦੇਖਿਆ ਹੈ ਵੀ ਜਿਹੜੇ ਗੁਰਮੁਖ ਪਿਆਰੇ ਥੋੜ੍ਹਾ ਸੰਸਾਰ ਨੂੰ ਜਾਣ ਲੈਂਦੇ ਹਨ, ਭੋਗ ਲੈਂਦੇ ਹਨ, ਗ੍ਰਸਤ ਵਗੈਰਾ ਦੇਖ ਲੈਂਦੇ ਹਨ, ਉਹਨਾਂ ਨੂੰ ਸਿਖਾਲਾ ਹੁੰਦਾ। ਜਿਹਨੇ ਜੇ ਭੋਗਿਆ ਨਹੀਂ, ਜਾਣਿਆ ਨਹੀਂ, ਉਹਦੇ ਵਾਸਤੇ ਇਹ ਜੋ ਨਾ ਕਰਨਾ ਹੈ ਇਹ ਕਠਿਨ ਹੋਵੇਗਾ, ਕਿਉਂਕਿ ਉਹਦੀ ਰੁਚੀ ਬਣੀ ਰਹੇਗੀ ਕੁਛ ਕਰਨ ਦੀ। ਇਹ ਹੈ ਬਹੁਤ ਸਹਿਜ, ਖਿਆਲ ਵਿੱਚ ਰੱਖਿਓ। ਇਹ ਵਾਪਸ ਆਉਣਾ ਹੈ। ਕੁਛ ਨਾ ਕਰਨ ਵਿੱਚ, ਤੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਨਹੀਂ ਕਰਨਾ ਹੈ। ਇਹ ਗੱਲ ਵੀ ਸਮਝਣੀ ਕਠਿਨ ਹੈ। ਤੁਸੀਂ ਕਹੋਗੇ ਬਈ ਵਿਚਾਰ ਥੋੜ੍ਹੀ ਕਰ ਰਹੇ, ਵਿਚਾਰ ਤੇ ਆ ਰਹੇ। ਨਹੀਂ, ਤੁਸੀਂ ਚੇਸ਼ਟਾ ਕਰਦੇ ਹੋ ਤਾਂ ਆਉਂਦੇ ਹਨ। ਤੁਸੀਂ ਅੱਖਾਂ ਦੁਆਰਾ ਦੇਖਦੇ ਹੋ ਬਾਹਰ, ਫਿਰ ਸੋਚਦੇ ਹੋ ਕਿਸੇ ਪੱਖ ਬਾਰੇ। ਕੰਨ ਸੁਣਦੇ ਹਨ, ਤੁਸੀਂ ਸੋਚਦੇ ਹੋ, ਤੁਸੀਂ ਧਿਆਨ ਦਿੰਦੇ ਹੋ। ਅਗਰ ਤੁਸੀਂ ਦੇਖ ਰਹੇ ਹੋ ਸਾਹਮਣੇ, ਧਿਆਨ ਨਾ ਦਿਓ, ਤੁਹਾਨੂੰ ਦਿਖੂਗਾ ਕੁਝ ਨਹੀਂ। ਧਿਆਨ ਦੁਆਰਾ ਦਿਖਦਾ ਨਾ, ਚੇਸ਼ਟਾ ਤੇ ਕਰ ਹੀ ਰਹੇ ਹੋ ਨਾ। ਧਿਆਨ ਦੁਆਰਾ ਹੀ ਸੁਣਦੇ ਹੋ, ਧਿਆਨ ਦੁਆਰਾ ਹੀ ਬੋਲਦੇ ਹੋ। ਉਹ ਧਿਆਨ ਚੇਸ਼ਟਾ ਹੈ। ਤੁਸੀਂ ਚੇਸ਼ਟਾ ਕਰਦੇ ਹੋ, ਚੇਸ਼ਟਾ ਨਾ ਕਰੋ। ਚੇਸ਼ਟਾ ਨਾ ਕਰੋ ਬਸ। ਤੇ ਇੱਥੇ ਰਹਿਣ ਵਾਲਿਆਂ ਨੂੰ ਇਹੋ ਹੀ ਕਿਹਾ ਜਾਂਦਾ ਹੈ ਵੀ ਹੋਰ ਕੁਛ ਵੀ ਨਹੀਂ ਕਰਨਾ ਹੈ। ਕੋਈ ਮਰਿਆਦਾ ਨਹੀਂ, ਕੋਈ ਨਿਯਮ ਨਹੀਂ, ਕੋਈ ਜਪ ਤਪ ਨਹੀਂ, ਕੋਈ ਪੂਜਾ ਨਹੀਂ, ਕੋਈ ਪਾਠ ਨਹੀਂ, ਕੁਛ ਨਹੀਂ। ਸਿਰਫ ਖਿਆਲ ਰੱਖੋ ਅੱਠੇ ਪਹਿਰ। ਮਨ ਕਰਕੇ ਕੁਝ ਨਹੀਂ ਕਰਨਾ। ਐਸਾ ਨਹੀਂ ਸਰੀਰ ਕਰਕੇ ਨਹੀਂ ਕਰਨਾ ਹੈ, ਸਰੀਰ ਕਰਕੇ ਸਭ ਕੁਛ ਕਰਨਾ ਹੈ, ਬਲਕਿ ਸਰੀਰ ਜ਼ਿਆਦਾ ਐਕਟਿਵ ਹੋਵੇ। ਮਨ ਨੂੰ ਨੈਗੇਟਿਵ ਕਰਨਾ ਹੈ, ਸਰੀਰ ਨੂੰ ਥੋੜ੍ਹੀ। ਕਈ ਸਰੀਰ ਨੂੰ ਬੜਾ ਜੜ ਕਰਕੇ ਬਿਠਾਉਣਗੇ, ਸਮਾਧੀਆਂ ਲਾਉਣਗੇ, ਅੱਖਾਂ ਬੰਦ ਕਰਨਗੇ, ਪਰ ਮਨ ਥੋੜ੍ਹੀ ਟਿਕਦਾ ਹੈ ਇੱਦਾਂ ਕਰਨ ਨਾਲ। ਨਹੀਂ, ਸਰੀਰ ਨੂੰ ਜ਼ਿਆਦਾ ਬੰਨ ਕੇ ਬਿਠਾਉਣ ਦੀ ਲੋੜ ਨਹੀਂ ਹੈ। ਸਰੀਰ ਤੇ ਸਹਿਜ ਜੋ ਸਰੀਰਕ ਕਿਰਿਆਵਾਂ ਹਨ ਉਹ ਸਰੀਰ ਕਰਦਾ ਰਹੇਗਾ। ਸਰੀਰ ਕਰਤਾ ਨਹੀਂ ਹੈ, ਖਿਆਲ ਵਿੱਚ ਰੱਖਿਓ। ਸਰੀਰ ਦੇ ਜਿਹੜੇ ਕਰਮ ਹਨ ਨਾ ਉਹ ਤੇ ਸਹਿਜ ਹੁੰਦੇ ਰਹਿਣਗੇ। ਸਰੀਰ ਨੂੰ ਭੁੱਖ ਲੱਗੇਗੀ ਤੇ ਭੋਜਨ ਜੁਟਾਏਗਾ, ਆਹਾਰ ਜੁਟਾਏਗਾ। ਪਿਆਸ ਲੱਗੇਗੀ ਤੇ ਉਹ ਪਾਣੀ ਪੀਵੇਗਾ। ਤੇ ਸਹਿਜ ਹਨ ਸਰੀਰ ਦੇ ਕਰਮ। ਤੇ ਤੁਸੀਂ ਸੋਚੋ ਨਾ ਤਵੇਂ ਵੀ ਸਰੀਰ ਕਰਦਾ ਰਹੇਗਾ। ਕਈਆਂ ਦਾ ਦਿਮਾਗ ਨਹੀਂ ਹੁੰਦਾ ਹੈ, ਸੋਚਦੇ ਹੀ ਨਹੀਂ ਹੈ, ਉਹਨਾਂ ਦਾ ਸਰੀਰ ਇਹ ਕੰਮ ਕਰਦਾ ਰਹਿੰਦਾ। ਉਹ ਵੀ ਖਾ ਲੈਂਦੇ ਹਨ, ਪੀ ਲੈਂਦੇ ਹਨ, ਸਾਰਾ ਕੁਛ ਹੀ ਕਰੀ ਜਾਂਦੇ ਹਨ। ਮਨ ਕਰਕੇ
नहीं कुछ करना है। ਸਰੀਰ ਕਰਕੇ ਸਗੋਂ ਆਦਮੀ ਜ਼ਿਆਦਾ ਕਰਦਾ। ਜਦੋਂ ਮਨ ਕੁਝ ਨਾ ਕਰ ਰਿਹਾ ਹੋਵੇ ਸਰੀਰ ਬੜਾ ਐਕਟਿਵ ਰਹਿੰਦਾ ਹੈ, ਚੁਸਤ ਫੁਰਤ ਰਹਿੰਦਾ ਹੈ। ਸਰੀਰ 'ਚ ਇੱਕ ਪੁਲਕ ਹੁੰਦੀ ਹੈ, ਉਮੰਗ ਹੁੰਦੀ ਹੈ। ਹੌਲਾ ਫੁੱਲ ਵਰਗਾ ਹੁੰਦਾ ਹੈ ਸਰੀਰ, ਜਿਹੜਾ ਜ਼ਿਆਦਾ ਨਹੀਂ ਸੋਚਦਾ ਹੈ ਨਾ। ਸਰੀਰ ਕਰਕੇ ਵੀ ਉਹ ਸਭ ਕੁਛ ਕਰਦਾ ਹੈ, ਸਗੋਂ ਜ਼ਿਆਦਾ ਕਰਦਾ ਹੈ। ਮਨ ਕਰਕੇ ਕੁਝ ਨਹੀਂ ਕਰਨਾ ਹੈ। ਭਾਵ ਕਿ ਮਨ ਵਿੱਚ ਕੁਝ ਵੀ ਆਵੇ, ਖਿਆਲ ਆਵੇ, ਬਸ ਉਹਨੂੰ ਕਹਿ ਦਿਓ ਹਟ ਪਰੇ, ਛੱਡ ਪਰੇ। ਮਨ ਨੂੰ ਕਹਿ ਦਿਓ ਹਟ ਪਰੇ, ਛੱਡ ਪਰੇ। ਪਰੇ ਮੰਤਰ ਨਹੀਂ ਬਣਾ ਲੈਣਾ ਹੈ। नहीं तो कोई पूछेगा भी ये कैसा मंत्र हो, हट परे छड़ परे। वैसे तो ये मंत्र भी काम कर सकता है, जिवें राम राम की जगह मरा मारा ने काम कर दिता सी, इदां हट परे छड़ परे। पर कहण दी लोड़ नहीं है, ख्याल विच रखण दी लोड़ है भी सब कुछ छड्डी जाना है, सब कुछ वल्लों हटी जाना है। बस कुछ भी आया उहदे वल्लों हट जाओ। तो सब कुछ वल्लों ध्यान हटाई जाओ, छड्डी जाओ, ख्याल हटाई जाओ। ते हटदे हटदे अपने आप ही सहज सुभाਅ ही आदमी शांत होंदा जांदा। ते जिहड़ा शांत हो जाता है ना, वो हो जाता है अपने निज घर वाल। ते बहुत सखाला है। ये करना भी कुछ नहीं है। फिर हंकारी आदमी नहीं ये कर सकता, ख्याल विच रखियो, क्योंकि हंकारी नूं मज़ा नहीं आउंदा। वो कहंदा है कुछ करने वास्ते दस, वो करना चाहुंदा है। इस करके लोग करन विच ज़्यादा रस लैंदे हन। जिहड़े धार्मिक स्थानां ते करना दस्सिया जांदा है ना, उत्ते बहुत जांदे हन लोग। फिर कोई ना कोई अनुभव लैके आ जांदे हन भी यार की आ अनुभव होया, विपसना कीती, ध्यान कीता, देखो जप तप कीता, की कुछ मिलिया। वो दसदे भी हैं दूसरे, बड़ा मज़ा आया, बड़ा ध्यान घटिया, बड़ा अनुभव होया, एक सीढ़ी होर उपर चढ़ गई। उन्हां दा हंकार वधदा है ना, मज़ा हंकार नूं ही आउंदा है। ते जिहड़ा हंकारी है वो नहीं कर सकता, वो तो कुछ ना कुछ करेगा, करन विच मज़ा लैंदा है। हंकारी आदमी बहुत कठिन कठिन काम करते हैं। तो ये हंकार की तृप्ति तो होवेगी नहीं, क्योंकि ना करन दे विच की हंकार होवे। हाँ, ना करन दा भी हंकार बन सकता है भी मैं कुछ नहीं करते, फिर भी ये इन्ना तंग नहीं करेगा। धीरे धीरे ये भाव भी समझ विच आवेगा भी ना करना भी मेरा करना है। ये भाव भी नहीं बनाना है भी मैं कुछ नहीं करता हाँ या कुछ नहीं करती। धीरे धीरे अकर्ता भाव आए। मेरे को कोई करा रहा है, गुरु करवाउंदा है या परमात्मा कराउंदा है, यह भी क्या है ना भी असीं कुछ नहीं कर रहे। ते सहज सुभाए अपने आप ही हुंदा है। ये करना नहीं पैंदा है ना करना,
ਨਾ ਕਰਨਾ ਹੁੰਦਾ ਹੈ, ਸਹਿਜ ਹੈ। ਸਹਿਜ ਸੁਭਾਏ ਹੋਵੇ ਸੋ, ਤੇ ਕਰਤਾ ਭਾਵ ਡਿੱਗ ਪੈਂਦਾ ਹੈ। ਜਦੋਂ ਕਰਤਾ ਭਾਵ ਡਿੱਗ ਪੈਂਦਾ ਹੈ ਨਾ, ਜਿਨ੍ਹਾਂ ਦਾ ਡਿੱਗਿਆ ਹੈ ਉਹਨਾਂ ਨੇ ਕਿਹਾ ਸੀ ਨਾ, ਤੂੰ ਕਰਤਾ ਕਰਣਾ ਮੈਂ ਨਾ ਹੀ, ਜਾਹੋਂ ਕਰੀ ਨਾ। ਉਹ ਕਹਿੰਦੇ ਹਨ ਤੂੰ ਕਰਤਾ ਹੈ, ਤੂੰ ਕਰ ਰਿਹਾ, ਮੈਂ ਨਾ ਹੀ। ਜੇ ਹਉਂ ਕਰੀ ਨਾ ਹੋਈ, ਜੇ ਕਹਿੰਦਾ ਮੈਂ ਕਰਾਂ ਵੀ ਤਾਂ ਵੀ ਨਹੀਂ ਹੋ ਸਕਦਾ। ਉਹਨਾਂ ਨੇ ਜਾਣਿਆ ਸੀ ਵੀ ਅਸੀਂ ਕੁਝ ਨਹੀਂ ਕਰਦੇ, ਤੂੰ ਕਰਨ ਵਾਲਾ। ਤੋ ਕਰਨ ਹਾਰ ਨੂੰ ਜਾਣ ਲੈਂਦੇ ਹਨ ਜਿਨ੍ਹਾਂ ਦਾ ਕਰਤਾ ਭਾਵ ਡਿੱਗ ਪੈਂਦਾ ਹੈ। ਫਿਰ ਖਿਆਲ ਵਿੱਚ ਰੱਖਿਓ, ਇੱਧਰ ਨੂੰ ਉਹ ਹੀ ਆ ਸਕਦਾ ਹੈ ਜਿਹਦੀ ਸੰਸਾਰ ਦੀ ਕੋਈ ਚਾਹਤ ਨਹੀਂ, ਸੰਸਾਰ ਦੀ ਕੋਈ ਵਾਸ਼ਨਾ ਨਹੀਂ, ਜਿਹਨੇ ਜਾਣ ਲਿਆ, ਭੋਗ ਲਿਆ ਵੀ ਸਭ ਵਿਅਰਥ ਹੈ, ਕੂੜ ਹੈ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾ, ਸਭ ਝੂਠ ਹੈ, ਵਿਅਰਥ। ਜਿਹੜਾ ਜਾਣ ਲੈਂਦਾ ਹੈ ਨਾ, ਉਹ ਹੀ ਆ ਸਕਦਾ, ਤੇ ਇਹ ਬਹੁਤ ਸਹਿਜ ਹੈ। ਤੇ ਅਜੋਕੇ ਸਮੇਂ ਦੇ ਵਿੱਚ